ਸੋ ਇਹ ਇੱਕ ਕਾਵ ਸੰਗ੍ਰਹਿ ਹੈ ਜੀ। ਸੋ ਇਹਦੇ ਵਿੱਚ ਕੁਛ 66 ਕਵਿਤਾਵਾਂ ਨੇ, 176 ਪੰਨਿਆਂ ਦੀ ਇਹ ਕਿਤਾਬ ਹੈ। ਸੋ ਇਹਦੇ ਵਿੱਚ ਕਵਿਤਾਵਾਂ ਕੁਛ ਮੇਰੇ ਮਨ ਦੇ ਵਾਵਰੋਲੇ ਹੈਗੇ ਆ, ਕੁਛ ਵਾਰਤਕ ਕਵਿਤਾਵਾਂ ਨੇ। ਹਰ ਤਰ੍ਹਾਂ ਦੀ ਗੰਢ ਹੈ ਜੋ ਅਜੇ ਤੱਕ ਮੇਰੇ ਜੋ ਛੋਟੇ ਜਿਹੇ ਜੀਵਨ ਦੇ ਵਿੱਚ ਆਈ ਹੈ, ਉਹ ਹਰ ਤਰ੍ਹਾਂ ਦੀ ਗੰਢ ਹੈ। ਉਹ ਇਸ਼ਕ ਦੀ ਗੰਢ ਵੀ ਹੈ, ਉਹਦੇ ਵਿੱਚ ਸਮਾਜ ਦੀਆਂ ਉਹ ਗੰਢਾਂ, ਉਹ ਸਵਾਲੀਆ ਨਿਸ਼ਾਨ ਜਿਨ੍ਹਾਂ ਬਾਰੇ ਅਸੀਂ ਸਾਰੇ ਸੋਚਦੇ ਹਾਂ ਪਰ ਹਰ ਬੰਦਾ ਲਿਖ ਨਹੀਂ ਪਾਉਂਦਾ, ਉਹਨੂੰ ਦੱਸ ਨਹੀਂ ਪਾਉਂਦਾ। ਸੋ ਉਹ ਗੰਢਾਂ ਵੀ ਹੈਗੀਆਂ ਆ। ਅਸੀਂ ਰੋਟੀ ਦੇ ਚੱਕਰ 'ਚ ਇੰਨੇ ਗੇੜ 'ਚ ਫਸ ਚੁੱਕੇ ਹਾਂ ਕਿ ਅਸੀਂ ਸਾਰਾ ਦਿਨ ਉਸ 'ਚ ਫਸੇ ਰਹਿੰਦੇ ਹਾਂ। ਆਰਟ ਜਿਹੜਾ ਆ ਉਹ ਤੁਹਾਨੂੰ ਇੱਕ ਤੁਹਾਡੀ ਰੂਹ ਦੀ ਖੁਰਾਕ ਹੈ। ਜੇ ਤੁਸੀਂ ਰੂਹ ਦੀ ਖੁਰਾਕ ਨਹੀਂ ਲਓਗੇ ਤਾਂ ਤੁਸੀਂ ਇੱਕ ਮਸ਼ੀਨ ਹੈ। ਸੋ ਮਸ਼ੀਨ ਦੇ ਵਾਂਗੂ ਕੰਮ ਅਸੀਂ ਕਰਦੇ ਹਾਂ। ਕਤਰਿਆਂ ਤੋਂ ਰਲਿਆ ਹਾਂ, ਜੋੜਾਂ ਤੋਂ ਟੁੱਟਿਆ ਹਾਂ, ਗੈਰਾਂ 'ਚ ਵਸਿਆ ਹਾਂ, ਆਪਣਿਆਂ ਦਾ ਲੁੱਟਿਆ ਹਾਂ, ਝੱਖੜ ਝੁੱਗਿਆ ਹਾਂ, ਸਨਾਟੇ ਦਾ ਪੁੱਟਿਆ ਹਾਂ, ਜਾਗ 'ਚ ਸੁੱਤਾ ਹਾਂ, ਨੀਂਦ ਦਾ ਉੱਕਿਆ ਹਾਂ, ਤੁੱਕਿਆਂ ਦਾ ਬੋਚਿਆ ਹਾਂ, ਮੌਕਿਆਂ ਦਾ ਸੁੱਟਿਆ ਹਾਂ, ਧਰੋ ਦਾ ਬੰਨਿਆ ਹਾਂ, ਲਗਾ ਦਾ ਛੁੱਟਿਆ ਹਾਂ, ਲੇਖਾਂ ਦਾ ਪਲੋਸਿਆ ਹਾਂ, ਮਿਹਨਤ ਦਾ ਕੁੱਟਿਆ ਹਾਂ, ਗਮਾਂ 'ਚ ਭਰਿਆ ਹਾਂ, ਖੁਸ਼ੀਆਂ 'ਚ ਫੁੱਟਿਆ ਹਾਂ, ਜਿਉਣੋਂ ਅੱਕਿਆ ਹਾਂ, ਕੱਟਣ 'ਚ ਜੁਟਿਆ ਹਾਂ, ਰੂਹੋਂ ਆਜ਼ਾਦ ਹਾਂ, ਸਾਹਾਂ ਦਾ ਕੁੱਟਿਆ ਹਾਂ। ਜਦੋਂ ਪੰਜਾਬੀ ਸਾਹਿਤ ਦੀ ਗੱਲ ਆਉਂਦੀ ਹੈ ਤਾਂ ਗੱਲ ਆਉਂਦੀ ਹੈ ਕਿਤਾਬਾਂ ਦੀ। ਜਦੋਂ ਕਿਤਾਬਾਂ ਦੀ ਗੱਲ ਆਉਂਦੀ ਹੈ ਤਾਂ ਨਾ ਚਾਹੁੰਦੇ ਹੋਏ ਵੀ ਸਾਡੇ ਸਾਹਮਣੇ ਉਹ ਦੌਰ ਆ ਜਾਂਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਸਾਰਾ ਪੰਜਾਬ, ਸਾਰਾ ਮੁਲਕ, ਸਾਰੀ ਦੁਨੀਆ ਸਿਰਫ ਕਿਤਾਬਾਂ ਨੂੰ ਛੱਡ ਕੇ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਜੋ ਫਿਲਮਾਂ ਦੇਖਦੇ ਹਾਂ, ਜੋ ਮੀਡੀਆ ਅਸੀਂ ਯੂਜ਼ ਕਰਦੇ ਹਾਂ, ਜੋ ਸੁਣਦੇ ਹਾਂ, ਅਸੀਂ ਉਹਨਾਂ 'ਤੇ ਹੀ ਨਿਰਭਰ ਹੋ ਗਏ ਹਾਂ ਅਤੇ ਕਿਤਾਬਾਂ ਨੂੰ ਅਸੀਂ ਕਿਤੇ ਨਾ ਕਿਤੇ ਪਿੱਛੇ ਛੱਡਦੇ ਜਾ ਰਹੇ ਹਾਂ। ਚਾਹੇ ਕਿੰਡਲ ਸਾਡੇ ਹੱਥਾਂ ਵਿੱਚ ਆ ਗਿਆ, ਪਰ ਜਿਹੜੀਆਂ ਪ੍ਰਿੰਟਡ ਕਿਤਾਬਾਂ ਹੈਗੀਆਂ ਉਹਨਾਂ ਨੂੰ ਆਪਣੇ ਤੋਂ ਦੂਰ ਕਰ ਰਹੇ ਹਾਂ ਅਤੇ ਸਾਡੀ ਅਗਲੀ ਪੀੜ੍ਹੀ ਹੈ ਜਦੋਂ ਉਹਨਾਂ ਤੋਂ ਦੂਰੀ ਬਣਾ ਰਹੀ ਹੈ ਅਤੇ ਉਹਦੇ ਨਾਲ ਕੀ ਪ੍ਰਭਾਵ ਪੈ ਰਿਹਾ ਅਤੇ ਨਵੇਂ ਜਿਹੜੇ ਪਬਲਿਸ਼ਰ ਹੈਗੇ ਆ, ਨਵੇਂ ਰਾਈਟਰਸ ਹੈ, ਉਹ ਕੀ ਸੋਚ ਕੇ ਆਪਣੀਆਂ ਕਿਤਾਬਾਂ ਪਬਲਿਸ਼ ਕਰਦੇ ਆ। ਇਹਦੇ ਬਾਰੇ ਗੱਲਬਾਤ ਕਰਨ ਲਈ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ ਆਤਮ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਤੁਹਾਡੀ ਨਵੀਂ ਕਿਤਾਬ ਤੁਸੀਂ ਪਬਲਿਸ਼ ਕੀਤੀ ਹੈ, ਹਾਂਜੀ, ਰੇਸ਼ਮੀ ਗੰਢਾਂ। ਹਾਂਜੀ ਹਾਂਜੀ। ਅਤੇ ਇਸ ਕਿਤਾਬ ਦੇ ਵਿੱਚ ਕੀ ਹੈ? ਹਾਂਜੀ, ਮੇਰਾ ਨਾਮ ਹੈ ਆਤਮਜ। ਸੋ ਕਿਤਾਬ ਦਾ ਨਾਮ ਹੈਗਾ ਜੀ ਰੇਸ਼ਮੀ ਗੰਢਾਂ। ਸੋ ਇਹ ਇੱਕ ਕਾਵ ਸੰਗ੍ਰਹਿ ਹੈ ਜੀ। ਸੋ ਇਹਦੇ ਵਿੱਚ ਕੁਛ 66 ਕਵਿਤਾਵਾਂ ਨੇ, 176 ਪੰਨਿਆਂ ਦੀ ਇਹ ਕਿਤਾਬ ਹੈ। ਸੋ ਇਹਦੇ ਵਿੱਚ ਕਵਿਤਾਵਾਂ ਕੁਛ ਮੇਰੇ ਮਨ ਦੇ ਵਾਵਰੋਲੇ ਹੈਗੇ ਆ, ਕੁਛ ਵਾਰਤਕ ਕਵਿਤਾਵਾਂ ਨੇ। ਸੋ ਕੁਛ ਕਾਫੀ ਸਮੇਂ ਤੋਂ, ਕੁਛ 10-12 ਸਾਲਾਂ ਤੋਂ ਮੈਂ ਲਿਖ ਰਿਹਾ ਸੀਗਾ ਅਤੇ ਮੈਨੂੰ ਲੱਗਾ ਕਿ ਨਹੀਂ, ਇਹਨੂੰ ਆਪਾਂ ਨੂੰ ਕਿਤਾਬ ਦਾ ਰੂਪ ਦੇਣਾ ਚਾਹੀਦਾ ਹੈ। ਸੋ ਇਸ ਕਰਕੇ ਪਿਛਲੇ 1 ਸਾਲ ਤੋਂ ਮੈਨੂੰ ਕੰਪਾਈਲ ਕਰ ਰਿਹਾ ਸੀਗਾ। ਸੋ ਆਪਾਂ 10 ਤਰੀਕ ਨੂੰ ਇਸ ਮਹੀਨੇ ਦੀ ਆਪਾਂ ਇਹਨੂੰ ਰਿਲੀਜ਼ ਕੀਤਾ ਹੈ ਜੀ। ਮੈਂ ਸੁਣਿਆ ਕਿ ਤੁਸੀਂ ਪੇਸ਼ੇ ਤੋਂ ਡਾਕਟਰ ਹੋ ਅਤੇ ਤੁਸੀਂ ਲਿਖੀ ਹੈ ਕਿਤਾਬ, ਅਤੇ ਕੀ ਡਾਕਟਰੀ 'ਚੋਂ ਸਮਾਂ ਮਿਲ ਜਾਂਦਾ ਹੈ ਅਤੇ ਇਹ ਸੋਚ ਕੀ ਰਹੀ ਕਿ ਇੱਕ ਡਾਕਟਰ ਨੂੰ ਇੱਕ ਕਵਿਤਾ ਦੀ ਕਿਤਾਬ ਲਿਖਣੀ ਪਈ? ਜਦੋਂ ਮੈਂ ਡਾਕਟਰੀ ਦੇ ਵਿੱਚ ਪਿਆ ਆ, ਉਸ ਤੋਂ ਪਹਿਲਾਂ ਤੋਂ ਕੁਛ ਮੈਂ ਲਿਖਣਾ ਸ਼ੁਰੂ ਕੀਤਾ ਹੋਇਆ ਸੀ। ਸੋ ਬਟ ਡਾਕਟਰੀ ਦੇ ਨਾਲ ਹੀ ਮੇਰਾ ਇਹ ਸ਼ੌਂਕ ਸੀਗਾ। ਬਟ ਇੱਕ ਸ਼ੌਂਕ ਇੱਕ ਟਾਈਮ ਤੋਂ ਬਾਅਦ ਤੁਹਾਡੀ ਮਜਬੂਰੀ ਬਣ ਜਾਂਦਾ ਆ, ਤੁਹਾਨੂੰ ਆਪਣਾ ਵਕਤ ਕਵਿਤਾ ਆਪ ਲੈ ਲੈਂਦੀ ਹੈ। ਤੋ ਇਸ ਨੇ ਮੈਨੂੰ ਬਹੁਤ ਹੈਲਪ ਕੀਤੀ ਹੈ। ਪ੍ਰੋਫੈਸ਼ਨ ਦੇ ਵਿੱਚੋਂ ਟਾਈਮ ਥੋੜ੍ਹਾ ਕੱਢੋ ਤਾਂ ਤੁਹਾਨੂੰ ਇਹ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਬਹੁਤ ਹੈਲਪ ਕਰਦੀ ਹੈ ਚੀਜ਼, ਕਿਉਂਕਿ ਜਿਹੜਾ ਠਹਿਰਾਅ ਤੁਹਾਡੀ ਲਾਈਫ ਦੇ, ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਸੋਚ ਜਿਹੜੀ ਬਦਲਦੀ ਹੈ, ਉਹ ਤੁਹਾਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਹੈ ਅਤੇ ਇੱਕ ਚੰਗਾ ਪ੍ਰੋਫੈਸ਼ਨਲ ਬਣਾਉਂਦੀ ਹੈ। ਉਹ ਤੁਹਾਡਾ ਕਿੱਤਾ ਇੰਜੀਨੀਅਰ ਵੀ ਹੋ ਸਕਦਾ, ਤੁਹਾਡਾ ਕਿੱਤਾ ਡਾਕਟਰੀ ਵੀ ਹੋ ਸਕਦਾ, ਕੋਈ ਵੀ ਕਿੱਤਾ ਹੋਵੇ। ਸੋ ਉਹਦੇ ਵਿੱਚ ਜਦੋਂ ਆਪਾਂ ਕੋਈ ਵੀ ਆਰਟਿਸਟ ਹੁੰਦਾ ਹੈ ਤਾਂ ਉਹਦੇ ਕੋਲੋਂ ਆਪਾਂ ਉਹਦੇ ਵਿੱਚ ਉਹਨੂੰ ਜਿਹੜੇ ਮਾੜੇ ਤੱਤ ਨੇ ਉਹ ਘਟਦੇ ਆ ਜਦੋਂ ਆਪਾਂ ਆਰਟ ਦੇ ਨਾਲ ਜੁੜਦੇ ਹਾਂ। ਸੋ ਇਹਨੇ ਮੈਨੂੰ ਉਲਟਾ ਹੈਲਪ ਕੀਤੀ ਹੈ। ਹਰ ਕਿਤਾਬ ਦਾ, ਹਰ ਕਵਿਤਾ ਦਾ ਇੱਕ ਤਰੀਕਾ ਹੁੰਦਾ ਹੈ। ਹਰ ਕਵਿਤਾ ਦੀ ਆਪਣੀ ਜਗ੍ਹਾ ਹੁੰਦੀ ਹੈ। ਕੋਈ ਕਵਿਤਾ ਮੁਹੱਬਤ ਦੀ ਕਵਿਤਾ ਹੁੰਦੀ ਹੈ, ਕੋਈ ਕਵਿਤਾ ਰੈਵੋਲੂਸ਼ਨ ਦੀ ਹੁੰਦੀ ਹੈ ਅਤੇ ਕੋਈ ਲੋਕ ਤੱਥ ਹੁੰਦੇ ਹੈ। ਅਤੇ ਇਹ ਰੇਸ਼ਮੀ ਗੰਢਾਂ ਕਿਹੜੀਆਂ ਗੰਢਾਂ ਹੈ? ਇਹ ਹਰ ਤਰ੍ਹਾਂ ਦੀ ਗੰਢ ਹੈ ਜੋ ਅਜੇ ਤੱਕ ਮੇਰੇ ਜੋ ਛੋਟੇ ਜਿਹੇ ਜੀਵਨ ਦੇ ਵਿੱਚ ਆਈ ਹੈ, ਉਹ ਹਰ ਤਰ੍ਹਾਂ ਦੀ ਗੰਢ ਹੈ। ਉਹ ਇਸ਼ਕ ਦੀ ਗੰਢ ਵੀ ਹੈ, ਉਹਦੇ ਵਿੱਚ ਸਮਾਜ ਦੀਆਂ ਉਹ ਗੰਢਾਂ, ਉਹ ਸਵਾਲੀਆ ਨਿਸ਼ਾਨ ਜਿਨ੍ਹਾਂ ਬਾਰੇ ਅਸੀਂ ਸਾਰੇ ਸੋਚਦੇ ਹਾਂ
ਪਰ ਹਰ ਬੰਦਾ ਲਿਖ ਨਹੀਂ ਪਾਉਂਦਾ, ਉਹਨੂੰ ਦੱਸ ਨਹੀਂ ਪਾਉਂਦਾ। ਸੋ ਉਹ ਗੰਢਾਂ ਵੀ ਹੈਗੀਆਂ ਆ। ਫਿਰ ਜੋ ਜਿੱਦਾਂ ਹੁਣ ਪਿੱਛੇ ਕੋਵਿਡ ਮਹਾਮਾਰੀ ਰਹੀ ਹੈ, ਸੋ ਉਸ ਦੇ ਦੌਰਾਨ ਜੋ ਲੋਕਾਂ ਦਾ ਵਰਤਾਵ ਰਿਹਾ, ਜੋ ਇੱਕ ਜਿੱਦਾਂ ਵੀ ਸੰਸਾਰ ਦੇ ਵਿੱਚ ਇੰਨਾ ਕੁਝ ਹੋ ਰਿਹਾ ਸੀਗਾ, ਉਸ ਦੌਰਾਨ ਵੀ ਜੋ ਮੇਰਾ ਆਬਜ਼ਰਵੇਸ਼ਨ ਜੋ ਮੈਂ ਦੇਖਿਆ ਉਹ ਵੀ ਇਹਦੇ ਵਿੱਚ ਹੈ। ਸੋ ਇਹ ਗੰਢਾਂ ਰੰਗੀਨ ਗੰਢਾਂ ਹੈ ਜੀ। ਰੇਸ਼ਮ ਦੀਆਂ ਗੰਢਾਂ ਦਾ ਮਤਲਬ ਇਹ ਹੈ ਕਿ ਜ਼ਿੰਦਗੀ, ਜਿੱਦਾਂ ਕਹਿੰਦੇ ਵੀ ਜ਼ਿੰਦਗੀ ਗੁਲਜ਼ਾਰ ਹੈ, ਤਾਂ ਜ਼ਿੰਦਗੀ ਜਿਹੜੀ ਹੈ ਉਹ ਹਸੀਨ ਜ਼ਰੂਰ ਹੈਗੀ ਹੈ, ਪਰ ਸਮੇਂ ਦੇ ਨਾਲ, ਵਕਤ ਦੇ ਨਾਲ ਸਟਰਗਲ ਦੀਆਂ ਗੰਢਾਂ ਵੀ ਹੁੰਦੀਆਂ ਆ। ਉਹਦੇ 'ਚ ਤੁਹਾਨੂੰ ਕੁਝ ਸਦਮੇ ਵੀ ਜ਼ਿੰਦਗੀ 'ਚ ਲੱਗਦੇ ਆ, ਉਹ ਸਾਰੀਆਂ ਗੰਢਾਂ ਹੁੰਦੀਆਂ ਆ। ਸੋ ਗੰਢ ਇੱਕ ਇੱਦਾਂ ਦੀ ਚੀਜ਼ ਹੈ, ਗੰਢ ਦਾ ਹੱਲ ਵੀ ਗੰਢ ਹੀ ਹੈ। ਗੰਢ ਜੇ ਪੈ ਜਾਏ ਤਾਂ ਤੰਦ ਨੂੰ ਤੁਸੀਂ ਜੋੜਨਾ, ਜੇ ਦੁਬਾਰਾ ਫਿਰ ਗੰਢ ਕੱਟ ਕੇ ਵੀ ਗੰਢ ਹੀ ਕਰਨਾ ਪੈਂਦਾ। ਸੋ ਗੰਢਾਂ ਰੇਸ਼ਮੀ ਜ਼ਰੂਰ ਨੇ। ਰੇਸ਼ਮੀ ਕਰਨ ਦਾ ਮਤਲਬ ਇਹ ਹੈ ਕਿ ਗੰਢ ਪਏ ਨੂੰ ਤੁਸੀਂ ਨੈਗੇਟਿਵ ਨਹੀਂ ਲੈਣਾ। ਸੋ ਗੰਢ ਪਈ ਆ, ਔਰ ਰੇਸ਼ਮ ਦੀ ਗੰਢ ਦਾ ਮਤਲਬ ਹੈ ਉਹਨੂੰ ਤੁਸੀਂ ਜ਼ਿੰਦਗੀ ਦਾ ਇੱਕ ਪਾਰਟ ਬਣਾ ਲਓ। ਭਾਵੇਂ ਤੁਹਾਡੀ ਜ਼ਿੰਦਗੀ ਦੀ ਜਿਹੜੇ ਤੰਦ ਨੇ ਉਹ ਇੰਨੇ ਉਲਝ ਕੇ ਗੰਢਾਂ ਬਣ ਗਈਆਂ, ਤੁਸੀਂ ਉਹਨੂੰ ਤਸਵੀਰ ਵੀ ਬਣਾ ਸਕਦੇ ਹੋ। ਗੰਢਾਂ ਦੀ ਤਸਵੀਰ ਵੀ ਬਣ ਸਕਦੀ ਜੇ ਆਪਾਂ ਚਾਹੀਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਗੰਢ ਜੇ ਪੈ ਗਈ ਹੈ ਤਾਂ ਉਹਨੂੰ ਆਪਾਂ ਸਵੀਕਾਰ ਕਰਨਾ ਹੈ। ਸੋ ਗੰਢਾਂ ਦਾ ਜਿਹੜਾ ਸਫ਼ਰ ਹੈ ਇਹ ਮੇਰਾ ਸ਼ੁਰੂ ਹੋਇਆ, ਅਤੇ ਮੈਂ ਚਾਹੁੰਦਾ ਜ਼ਿੰਦਗੀ ਬਾਰੇ ਚੱਲਦਾ ਰਹੇ। ਜਿੰਨੀ ਗੰਢ ਪੈਂਦੀ ਹੈ ਉਨਾ ਤੁਸੀਂ ਸੋਚਦੇ ਹੋ, ਅਤੇ ਸੋਚਣਾ ਅਤੇ ਉਸਨੂੰ ਉਹਦੇ ਬਾਰੇ ਗੋਸ਼ਟੀ ਕਰਨਾ ਬੜਾ ਜ਼ਰੂਰੀ ਹੈ। ਬਿਲਕੁਲ। ਜਦੋਂ ਅਸੀਂ ਗੱਲ ਕਰਦੇ ਹਾਂ ਫੇਸਬੁੱਕ, ਇੰਸਟਾਗ੍ਰਾਮ ਦਾ ਜ਼ਮਾਨਾ ਹੈ, ਯੂਟਿਊਬ ਦਾ ਜ਼ਮਾਨਾ ਹੈ, ਇੱਥੇ ਜਿਹੜੀਆਂ ਗੰਢਾਂ ਦੀ ਆਪਾਂ ਗੱਲ ਕੀਤੀ ਹੈ, ਜਿਹੜੇ ਮਨ ਦੇ ਵਲਵਲੇ ਹੁੰਦੇ ਆ ਉਹ ਫੇਸਬੁੱਕ 'ਤੇ ਵੀਡੀਓ ਲਾਈਵ ਕਰਕੇ ਵੀ ਹੋ ਸਕਦੇ ਆ, ਇੰਸਟਾਗ੍ਰਾਮ 'ਤੇ ਕਵਿਤਾ ਪੜ੍ਹ ਕੇ ਵੀ ਹੋ ਸਕਦੇ ਆ, ਯੂਟਿਊਬ 'ਤੇ ਵੀ ਕਵਿਤਾ ਬੋਲ ਕੇ ਹੋ ਸਕਦੇ ਆ, ਸਪੋਟੀਫਾਈ 'ਤੇ ਵੀ ਤੁਸੀਂ ਕਵਿਤਾ ਬੋਲ ਸਕਦੇ ਹੋ। ਅਤੇ ਉਸ ਜਗ੍ਹਾ 'ਤੇ ਮੇਰੇ ਖਿਆਲ ਜ਼ਿਆਦਾ ਵਿਊਅਰਸ਼ਿਪ ਹੈ, ਜ਼ਿਆਦਾ ਆਡੀਅנס ਵੀ ਹੈ। ਕਿਤਾਬ ਹੀ ਕਿਉਂ, ਪ੍ਰਿੰਟਡ ਕਿਤਾਬ ਕਿਉਂ? ਕਿਉਂਕਿ ਮੈਂ ਕਿਤਾਬ ਵਾਲੇ, ਮੇਰਾ ਜੋ ਛੋਟੇ ਹੁੰਦੇ ਤੋਂ ਪੜ੍ਹੀਆਂ ਉਹ ਕਿਤਾਬਾਂ ਹੀ ਪੜ੍ਹੀਆਂ। ਮੇਰੀ ਮਦਰ ਨੇ ਮੈਨੂੰ ਕਿਤਾਬਾਂ ਦੇ ਲਾੜੀ ਲਾਇਆ। ਜਿੰਨੀਆਂ ਕਿ ਮੈਂ ਬਹੁਤ ਵਧੀਆ ਪਾਠਕ ਤਾਂ ਨਹੀਂ, ਬਟ ਹਾਂ ਜਿੰਨੀਆਂ ਮੈਂ ਪੜ੍ਹੀਆਂ, ਬਟ ਕਿਤਾਬਾਂ ਹੀ ਪੜ੍ਹੀਆਂ। ਸੋ ਕਿਤਾਬ ਜਿਹੜੀ ਹੈ ਉਹ ਸਦਾ ਲਈ ਹੁੰਦੀ ਹੈ। ਤੋ ਜਦੋਂ ਤੁਸੀਂ ਕੁਝ ਫੇਸਬੁੱਕ ਦੀ ਆਪਾਂ ਤੁਸੀਂ ਗੱਲ ਕਰ ਰਹੇ ਹਾਂ, ਜੋ ਫੇਸਬੁੱਕ ਇੰਸਟਾ, ਜਦੋਂ ਆਪਾਂ ਉਸ ਲਈ ਕੰਮ ਕਰਦੇ ਹਾਂ ਸੰਪੂਰਨ, ਜੇ ਆਪਾਂ ਕਹੀਏ ਮੈਂ ਸਿਰਫ ਇੰਸਟਾਗ੍ਰਾਮ ਲਈ ਕੰਮ ਕਰਨਾ, ਤਾਂ ਉਹਦੇ ਵਿੱਚ ਮੇਰਾ ਇੱਕ ਲਾਲਚ ਆ ਗਿਆ ਕਿ ਮੈਨੂੰ ਵਿਊ ਚਾਹੀਦੇ ਆ। ਸੋ ਉਹ ਤੁਸੀਂ ਕਿਤੇ ਨਾ ਕਿਤੇ ਆਪਣੇ ਆਪ ਨਾਲ ਕੰਪਰੋਮਾਈਜ਼ ਕਰਦੇ ਹੋ। ਕੁਝ ਚੀਜ਼ਾਂ ਲਾਲਚ ਤੋਂ ਉੱਪਰ ਉੱਠ ਕੇ ਜਾਂ ਫਾਇਦੇ ਤੋਂ ਉੱਪਰ ਉੱਠ ਕੇ ਲਿਖੀਆਂ ਜਾਂਦੀਆਂ। ਜਿੱਦਾਂ ਇਹਦੇ ਵਿੱਚ ਇੱਕ ਹੁਣ ਸਤੰਬਰ ਦਾ ਮਹੀਨਾ ਚੱਲ ਰਿਹਾ, ਸੋ 2 ਸਤੰਬਰ ਨੂੰ ਸੀਰੀਆ ਦੇ ਜਿਹੜੇ ਕੁਝ ਸ਼ਰਨਾਰਥੀ ਜਿਹੜੇ ਸੀਗੇ ਯੂਰਪ ਦੇ ਵਿੱਚ ਆਏ ਸੀਗੇ, ਤਾਂ ਉਹ ਇੱਕ ਐਲਾਨ ਖੁਰਦੀ ਨਾਮ ਦਾ ਬੱਚਾ ਸੀਗਾ ਜਿਹੜਾ ਬੀਚ ਦੇ ਉੱਤੇ ਉਹਦੀ ਲੋਥ ਮਿਲੀ ਸੀਗੀ, ਅਤੇ ਉਸ ਦੇ ਉੱਪਰ ਇੱਕ ਕਵਿਤਾ ਲਿਖੀ ਹੋਈ ਹੈ। ਸੋ ਉਹਦੇ 'ਚੋਂ ਮੈਨੂੰ ਕੁਛ ਨਹੀਂ ਮਿਲਣਾ, ਪਰ ਉਹ ਮੇਰੇ ਮਨ 'ਚ ਇੱਕ ਦੁੱਖ ਸੀਗਾ ਉਸ ਚੀਜ਼ ਦਾ, ਤਾਂ ਉਹਨੂੰ ਮੈਂ ਲਿਖਿਆ। ਸੋ ਉਹ ਜੇ ਮੈਂ ਗੀਤਾਂ ਵੱਲ ਚਲਾ ਜਾਵਾਂ, ਜਾਂ ਜੇ ਮੈਂ ਸੋਚਾਂ ਕਿ ਮੈਨੂੰ ਵਿਊ ਆਉਣੇ ਆ, ਤਾਂ ਉਹ ਫਿਰ ਅਲੱਗ ਤਰ੍ਹਾਂ ਦੀ ਇੱਕ ਦੌੜ ਹੈ। ਮੈਂ ਉਸ ਦੌੜ 'ਚ ਨਹੀਂ ਹੈਗਾ, ਕਿਉਂਕਿ ਮੈਂ ਇਸ ਕੰਮ 'ਚ ਪੈਸੇ ਲਈ ਨਹੀਂ ਹੈਗਾ। ਮੇਰਾ ਕੰਮ ਪੈਸੇ ਦਾ ਨਹੀਂ ਹੈਗਾ। ਪਰ ਹਾਂ ਇਹ ਹੈ ਕਿ ਚੰਗੀਆਂ ਕਿਤਾਬਾਂ ਜੇ ਲੋਕ ਖਰੀਦਣਗੇ, ਜਿੱਦਾਂ ਮੈਨੂੰ ਪਤਾ ਮੈਂ ਪਬਲਿਸ਼ ਕਰਾਈ ਹੈ, ਅਤੇ ਇਹ 'ਤੇ ਪੈਸਾ ਲੱਗਦਾ ਆ। ਸੋ ਇੱਕ ਹਰ ਬੰਦਾ ਜਿਹੜਾ ਆ ਉਹ ਕਿਤਾਬ ਛਪਵਾ ਕੇ ਜੇ ਮਾਰਕੀਟ 'ਚ ਆ ਰਿਹਾ ਆ, ਅਤੇ ਸਰੋਤੇ ਜੇ ਹੋਣਗੇ ਫਿਰ ਹੀ ਸਭ ਕੁਝ ਹੋ ਸਕਦਾ। ਸੋ ਕਿਤਾਬ ਬਹੁਤ ਜ਼ਰੂਰੀ, ਕਿਉਂਕਿ ਕਿਤਾਬ ਤੁਹਾਡੇ ਅੰਦਰ ਠਹਿਰਾ ਦਿੰਦੀ ਹੈ। ਜਿੱਦਾਂ ਆਪਾਂ ਹੁਣ ਗੀਤ ਸੁਣਦੇ ਹਾਂ, ਆਪਾਂ 3 ਮਿੰਟ ਦਾ ਗੀਤ ਵੀ ਪੂਰਾ ਨਹੀਂ ਸੁਣਦੇ, ਅਸੀਂ ਉਹਨੂੰ ਅੱਗੇ ਕਰ ਦਿੰਦੇ, ਨਹੀਂ ਯਾਰ ਅਗਲਾ ਲਾ ਲੈ, ਨਹੀਂ ਇਹਦਾ ਪਹਿਰਾ ਸੁਣ ਲਿਆ, ਅਗਲਾ ਲਾ ਲੈ। ਤੁਸੀਂ ਕੋਈ ਵੀ ਕਿਤਾਬ ਭਾਵੇਂ ਤੁਹਾਨੂੰ ਇੰਨੀ ਜ਼ਿਆਦਾ ਪਸੰਦ ਨਾ ਵੀ ਹੋਵੇ, ਪਰ ਜੇ ਤੁਸੀਂ ਉਹਨੂੰ ਪੜ੍ਹੋਗੇ 4 ਦਿਨ ਲਾ ਕੇ, ਤੁਹਾਡੇ ਅੰਦਰ ਇੱਕ ਠਹਿਰਾ ਆਉਂਦਾ ਹੈ। ਉਹ ਠਹਿਰਾ ਜ਼ਿੰਦਗੀ 'ਚ ਬਹੁਤ ਜ਼ਰੂਰੀ। ਜੋ ਅੱਜ ਕੱਲ੍ਹ ਦੇ ਹਾਲਾਤ ਹੈ, ਅਸੀਂ ਰੈੱਡ ਲਾਈਟ ਦੇ ਖੜੇ ਵੀ ਪਿੱਛੋਂ ਹਾਰਨ ਮਾਰਦੇ ਹਾਂ, ਸੋ ਸਾਡਾ ਮਾਨਸਿਕ ਸੰਤੁਲਨ ਹਿੱਲਣ ਲੱਗ ਪਿਆ। ਉਹਦਾ ਕਾਰਨ ਅਸੀਂ ਚੰਗੇ ਗੀਤ ਸੁਣਨੇ ਛੱਡ ਦਿੱਤੇ, ਅਸੀਂ ਗਜ਼ਲਾਂ ਛੱਡ ਦਿੱਤੀਆਂ, ਅਸੀਂ ਕਿਤਾਬਾਂ, ਕਹਾਣੀਆਂ, ਕਿੱਸੇ ਸਭ ਪੜ੍ਹਨੇ ਛੱਡ ਦਿੱਤੇ ਆ। ਸੋ ਇਹ ਫੇਸਬੁੱਕ ਤੇ ਦੌਰ ਨੇ ਸਾਡੇ ਤੋਂ ਇਹ ਠਹਿਰਾ ਲੈ ਲਿਆ। ਦਿੱਤਾ ਵੀ ਬਹੁਤ ਕੁਛ ਹੈ, ਪਰ ਇਹ ਠਹਿਰਾ ਲੈ ਲਿਆ। ਸੋ ਇਸ ਕਰਕੇ ਕਿਤਾਬ ਮਤਲਬ ਮੈਨੂੰ ਲੱਗਦਾ ਕਿ ਸਭ ਤੋਂ ਅੱਛਾ ਜ਼ਰੀਆ ਹੈ ਆਪਣੇ ਆਪ ਨਾਲ ਜੁੜਨ ਦਾ। ਅਤੇ ਉਹ 2 ਸਤੰਬਰ ਵਾਲੀ ਜਿਹੜੀ ਕਵਿਤਾ ਹੈ ਉਹ ਪਲੀਜ਼ ਪੜ੍ਹ ਦਿਓਗੇ ਸਰੋਤਿਆਂ ਲਈ? ਮੈਂ ਦਿਖਾਉਣਾ ਚਾਹੂੰਗਾ ਕਿ ਇਹ ਮੇਰੇ ਜਿਹੜੇ ਸਕੈਚ ਆਰਟਿਸਟ ਨੇ ਤਰਸੇਮ ਭਾਜੀ, ਉਹਨਾਂ ਨੇ ਕੁਝ 15 ਸਕੈਚ ਵੀ ਬਣਾਏ ਨੇ। ਸੋ ਉਹਨਾਂ 'ਚੋਂ ਇੱਕ ਸਕੈਚ ਐਲਾਨ ਖੁਰਦੀ ਇਹ ਬੱਚਾ ਸੀਗਾ। ਮੈਨੂੰ ਲੱਗਦਾ ਕਿ ਤਕਰੀਬਨ ਜੇ ਸਰੋਤੇ ਇਸ ਤਸਵੀਰ ਨੂੰ ਦੇਖ ਕੇ ਯਾਦ ਉਹਨਾਂ ਨੂੰ ਜ਼ਰੂਰ ਆਊਗਾ, ਇਹ 2015 ਦੀ ਘਟਨਾ ਸੀਗੀ। ਸੋ ਇਹ ਮੈਂ ਤੁਹਾਨੂੰ ਪੜ੍ਹ ਦਿੰਦਾ ਕਿ ਇੱਕ ਹਾਦਸੇ ਤੋਂ ਹਾਲਾਤ ਨਾ ਨਾਪੋ, ਘਟੀਆਂ ਵਾਰਦਾਤਾਂ ਹੋਰ ਵੀ ਬਹੁਤ ਨੇ, ਇਨਸਾਨ ਸਭ ਤੋਂ ਨੀਚ ਤੇ ਸਵਾਰਥੀ ਹੈ, ਉਂਝ ਜੀਵਨ ਦੀਆਂ ਜਮਾਤਾਂ ਹੋਰ ਵੀ ਬਹੁਤ ਨੇ, ਦਿਖਦੇ ਜੋ ਉਹ ਤਾਂ ਨਿਪਟ ਨੰਗੇ ਨੇ, ਬਰਬਾਦੀ ਦੇ ਫਰਮਾਨ ਇੱਥੇ ਹੋਰ ਵੀ ਬਹੁਤ ਨੇ, ਜੰਗਲ ਨੂੰ ਅੱਗ ਲਾਉਣੀ ਸਮੇਂ ਦੀ ਲੋੜ ਹੈ, ਜੰਗਲ ਨੂੰ ਅੱਗ ਲਾਉਣੀ ਸਮੇਂ ਦੀ ਲੋੜ ਹੈ,
ਖਬਰਾਂ ਤੋਂ ਅਣਜਾਣ ਇੱਥੇ ਹੋਰ ਵੀ ਬਹੁਤ ਨੇ। ਸੜੇ ਇੱਕ ਸਿੱਟੇ ਨੂੰ ਵੇਖ ਨਾ ਭਰ ਅੱਖਾਂ, ਸੜੇ ਇੱਕ ਸਿੱਟੇ ਨੂੰ ਵੇਖ ਨਾ ਭਰ ਅੱਖਾਂ, ਵਾਰ ਤੇਰੀ ਫਸਲ ਉੱਤੇ ਹੋਰ ਵੀ ਬਹੁਤ ਨੇ। ਹੁਣ ਤੋਂ ਹੀ ਜਵਾਬੋਹੀਣਾ ਹੋ ਗਿਆ, ਉੱਠੇ ਸਵਾਲ ਤੇਰੀ ਨਸਲ ਉੱਤੇ ਹੋਰ ਵੀ ਬਹੁਤ ਨੇ। ਲਾਲਚ ਨੇ ਏਕਤਾ ਦੀ ਚਾਦਰ ਚੀਰ ਦਿੱਤੀ, ਲਾਲਚ ਨੇ ਏਕਤਾ ਦੀ ਚਾਦਰ ਚੀਰ ਦਿੱਤੀ, ਕੱਜਣੇ ਰਹਿੰਦੇ ਪੈਰ ਅਜੇ ਹੋਰ ਵੀ ਬਹੁਤ ਨੇ। ਰੱਬ ਨੂੰ ਯਾਦ ਕਰ ਕੌੜੇ ਘੁੱਟ ਭਰਨੇ ਸਿੱਖ ਲੈ, ਪੀਣੇ ਰਹਿੰਦੇ ਜ਼ਹਿਰ ਇੱਥੇ ਹੋਰ ਵੀ ਬਹੁਤ ਨੇ। ਇੱਕ ਮਰਜ਼ ਦਾ ਵੈਦ ਵੀ ਨਾ ਤੂੰ ਬਣ ਪਾਇਆ, ਬੈਠੇ ਲਾ ਇਲਾਜ ਇੱਥੇ ਹੋਰ ਵੀ ਬਹੁਤ ਨੇ। ਹੋਸ਼ ਵਾਲੇ ਹੱਥ ਪੈਰ ਮਾਰਨੇ ਸਿੱਖ ਲੈ, ਡੁੱਬਣੇ ਰਹਿੰਦੇ ਅਕਲਾਂ ਦੇ ਜਹਾਜ਼ ਇੱਥੇ ਹੋਰ ਵੀ ਬਹੁਤ ਨੇ। ਸੁਣੀ ਇੱਕ ਚੀਖ ਤੋਂ ਹੀ ਘਬਰਾ ਗਿਆ, ਸੁਣੀ ਇੱਕ ਚੀਖ ਤੋਂ ਹੀ ਘਬਰਾ ਗਿਆ, ਦੇਣ ਵਾਲੇ ਆਵਾਜ਼ ਇੱਥੇ ਹੋਰ ਵੀ ਬਹੁਤ ਨੇ। ਸ਼ਾਂਤ ਪਈ ਲੋਥ ਤੋਂ ਅੰਦਾਜ਼ੇ ਨਾ ਲਾ, ਸ਼ਾਂਤ ਪਈ ਲੋਥ ਤੋਂ ਅੰਦਾਜ਼ੇ ਨਾ ਲਾ, ਮੌਤ ਦੇ ਮਿਜਾਜ਼ ਇੱਥੇ ਹੋਰ ਵੀ ਬਹੁਤ ਨੇ। ਨੰਨੇ ਤੀਰ ਦੇ ਡੂੰਘੇ ਫੱਟ ਤੋਂ ਸੇਧ ਲੈ, ਨੰਨੇ ਤੀਰ ਦੇ ਡੂੰਘੇ ਫੱਟ ਤੋਂ ਸੇਧ ਲੈ, ਚੱਲਣੇ ਰਹਿੰਦੇ ਪੁੱਠੇ ਕਮਾਨ ਇੱਥੇ ਹੋਰ ਵੀ ਬਹੁਤ ਨੇ। ਆਤਮਜ ਆਪਣੇ ਵਿਹੜੇ ਦਾ ਨਰਕ ਸਮੇਟ ਲੈ, ਐਲਾਨ ਲਈ ਤਾਂ ਜਹਾਨ ਹੋਰ ਵੀ ਬਹੁਤ ਨੇ। ਬਹੁਤ ਖੂਬ, ਐਲਾਨ ਲਈ ਤਾਂ ਜਹਾਨ ਹੋਰ ਹੀ ਬਹੁਤ ਨੇ। ਤੇ ਇੱਕ ਆਖਰੀ ਮੈਸੇਜ ਜੋ ਕਿ ਅਗਲੀ ਪੀੜ੍ਹੀ ਲਈ, ਸਾਡੀ ਜਿਹੜੀ ਅਗਲੀ ਨਸਲ ਜਿਹੜੀ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਪੜ੍ਹ ਰਹੀ ਹੈ, ਉਹ ਕਿਤਾਬਾਂ ਤੋਂ ਕਿਤੇ ਨਾ ਕਿਤੇ ਦੂਰੀ ਬਣਾ ਰਹੀ ਹੈ, ਤੇ ਉਹਨਾਂ ਲਈ ਮੈਸੇਜ। ਜਿਹੜੀ ਜਨਰੇਸ਼ਨ, ਦੇਖੋ ਅਸੀਂ ਬਹੁਤ ਸਿਆਣੇ ਨਹੀਂ ਹੈਗੇ, ਪਰ ਹਾਂ ਕੁਝ ਫਰਕ ਤਾਂ ਹੁੰਦਾ ਹੀ ਹੈ। ਜੇ ਆਪਾਂ, ਜੇ ਮੈਂ 10 ਸਾਲ ਪਿਛਲੀ ਜਨਰੇਸ਼ਨ ਜਿਹੜੀ ਸਾਡੇ ਆ ਰਹੀ ਹੈ ਉਹਦੇ ਬਾਰੇ ਗੱਲ ਕਰਦਾ, ਅਗਲੀ ਜਨਰੇਸ਼ਨ ਜਿਹੜੀ ਆ ਰਹੀ, ਸੋ ਉਹਦੇ 'ਚ ਅਸੀਂ ਕਿਤਾਬ ਤੋਂ, ਸ਼ਬਦ ਤੋਂ ਦੂਰ ਹੋ ਗਏ ਹਾਂ। ਸੋ ਸ਼ਬਦ ਦੇ ਵਿੱਚ, ਕਿਉਂਕਿ ਅਸੀਂ ਪੰਜਾਬ ਦੀ ਮਿੱਟੀ 'ਚੋਂ ਆਪਾਂ ਨਿਕਲੇ ਹੈਗੇ, ਤਾਂ ਪੰਜਾਬ ਦੇ ਵਿੱਚ ਸ਼ਬਦ ਦਾ ਬਹੁਤ ਵੱਡਾ ਰੋਲ ਰਿਹਾ ਆ। ਸ਼ਬਦ ਨੇ ਰੈਵੋਲੂਸ਼ਨਸ ਲੈ ਕੇ ਆਏ ਹੈ ਨਾ। ਸੋ ਉਹਦੇ ਨਾਲ ਨਾਲ ਅਸੀਂ ਕੁਦਰਤ ਤੋਂ ਵੀ ਦੂਰ ਹੋ ਗਏ ਹਾਂ। ਜਿੱਦਾਂ ਕਿ ਜੋ ਧਰਤ ਸੁਹਾਵੀ ਵੱਲੋਂ ਇੱਕ ਕਿਤਾਬ ਛਾਪੀ ਗਈ ਹੈ, ਸੋ ਧਰਤ ਸੁਹਾਵੀ ਜਿਹੜੀ ਸੀਗੀ ਇੱਕ ਸੰਸਥਾ, ਕੁਛ 20-22 ਸਾਲ ਤੋਂ ਕੰਮ ਕਰ ਰਹੀ ਹੈ ਬੂਟੇ ਲਾਉਣ ਦਾ, ਕਾਲੀ ਬਹੀਂ ਦਾ ਕੰਮ ਸਟਾਰਟ ਕਰਨ ਵਾਲੇ ਵੀ ਜਿਹੜੇ ਸੀਗੇ ਉਹ ਧਰਤ ਸੁਹਾਵੀ ਸੀ। ਉਹਨਾਂ ਵਿੱਚ ਡਾਕਟਰ ਨਿਰਮਲ ਸਿੰਘ, ਡਾਕਟਰ ਬਲਬੀਰ ਸਿੰਘ ਭੌਰਾ ਜਲੰਧਰ ਤੋਂ, ਇਹ ਸਾਰੇ ਉਹਦੇ ਨਾਲ ਜੁੜੇ ਹੋਏ ਸੀਗੇ। ਸੋ ਆਪਣਾ ਉਦੋਂ ਉਹਨਾਂ ਦਾ ਵੀ ਇਹੀ ਮੰਤਵ ਸੀਗਾ ਕਿ ਆਪਾਂ ਕੁਦਰਤ ਨਾਲ ਜੋੜਨਾ ਹੈ। ਸੋ ਕੁਦਰਤ ਨਾਲ ਜੋੜਾਂਗੇ ਤਾਂ ਉਹਦੇ ਨਾਲ ਬੱਚੇ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗਿਆ। ਕਿਉਂਕਿ ਅੱਜ ਕੱਲ੍ਹ ਜੇ ਆਪਾਂ ਗੱਲ ਕਰ ਰਹੇ ਹਾਂ ਗਲੋਬਲ ਵਾਰਮਿੰਗ ਸਾਰਾ ਕੁਛ, ਸੋ ਇਸ ਚੀਜ਼ ਦਾ ਚਿੰਤਨ ਹੋਣਾ ਬੜਾ ਜ਼ਰੂਰੀ ਹੈ। ਨਾਲ ਦੇ ਨਾਲ ਕਿਤਾਬਾਂ ਪੜ੍ਹਨਾ, ਆਪਾਂ ਕਹਿੰਦੇ ਵੀ ਸਾਡੇ ਕੋਲ ਪੰਜਾਬੀ ਮਾਂ ਬੋਲੀ ਇੱਦਾਂ ਹੋ ਗਿਆ, ਪੰਜਾਬੀ ਮਾਂ ਬੋਲੀ 'ਚ ਨਿਗਾਰ ਆ ਗਿਆ, ਸੋ ਉਹਦੇ 'ਚ ਆਪਾਂ ਲਿਖਣ ਵਾਲੇ ਵੀ ਪੈਦਾ ਹੋ ਜਾਣਗੇ ਜੇ ਸਰੋਤੇ ਚੰਗੇ ਹੋਣਗੇ। ਜੇ ਸਰੋਤੇ, ਮੈਂ ਨਹੀਂ ਕਹਿੰਦਾ ਕਿ ਤੁਸੀਂ ਮੇਰੀ ਕਿਤਾਬ ਪੜ੍ਹ ਕੇ ਮੈਨੂੰ ਸਿਰਫ ਖਰੀਆਂ ਜਾਂ ਵਾਹ ਹੀ ਕਰੋ। ਸੋ ਜੇ ਮੈਨੂੰ ਕ੍ਰਿਟਿਸਿਜ਼ਮ ਮਿਲੇਗਾ ਤਾਂ ਉਹਦੇ 'ਚੋਂ ਬਹੁਤ ਕੁਝ ਨਿਖਰਦਾ ਵੀ ਹੈ। ਸੋ ਕਿਤਾਬ ਪੜ੍ਹਨੀ ਉਹ ਬਹੁਤ ਜ਼ਰੂਰੀ ਹੈ। ਤੁਸੀਂ ਕਹਾਣੀ ਵੀ ਪੜ੍ਹ ਸਕਦੇ ਹੋ, ਕੋਈ ਪੜ੍ਹ ਸਕਦੇ ਹੋ। ਮੈਂ ਪੰਜਾਬੀ 'ਚ ਲਿਖਦਾ ਤਾਂ ਇਸ ਕਰਕੇ ਮੈਂ ਕਹੂੰਗਾ ਕਿ ਪੰਜਾਬੀ ਜ਼ਰੂਰ ਪੜ੍ਹੋ, ਕਿਉਂਕਿ ਪੰਜਾਬੀ ਮੇਰੀ ਮਾਂ ਬੋਲੀ ਹੈ। ਸੋ ਜਿਹੜਾ ਜਨਮ ਲੈਂਦਾ, ਜ਼ਿਆਦਾਤਰ ਪੰਜਾਬ 'ਚ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ। ਸੋ ਪੰਜਾਬੀ ਆਪਾਂ ਨੂੰ ਪੜ੍ਹਨੀ ਚਾਹੀਦੀ ਹੈ, ਪੰਜਾਬੀ ਬੋਲਣੀ ਚਾਹੀਦੀ। ਲੋਕ ਤਾਂ ਪੰਜਾਬੀ ਬੋਲਣ ਤੋਂ ਵੀ ਕਤਰਾਉਣ ਲੱਗ ਪਏ ਆ, ਪੜ੍ਹਨ ਦਾ ਤਾਂ ਮਤਲਬ, ਮੈਂ ਆਪਣੇ ਪ੍ਰੋਫੈਸ਼ਨ ਦੇ ਬਹੁਤ ਇੱਦਾਂ ਦੇ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਪੰਜਾਬ ਦੇ ਜੰਪਲ ਹੈ, ਪਰ ਉਹਨਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਸੋ ਇਹ ਬੜੀ ਤਰਾਸਦੀ ਵਾਲੀ ਗੱਲ ਹੈ। ਸੋ ਮੈਂ ਪੰਜਾਬੀ 'ਚ ਲਿਖਦਾ, ਇਸ ਕਰਕੇ ਮੈਂ ਕਹੂੰਗਾ ਪੰਜਾਬੀ ਪੜ੍ਹਨੀ ਬਹੁਤ ਜ਼ਰੂਰੀ ਹੈ, ਕੁਦਰਤ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਸੋ ਪੰਜਾਬੀ ਪੜ੍ਹੋ। ਮੈਂ ਨਹੀਂ ਕਹਿੰਦਾ ਮੇਰੀ ਕਿਤਾਬ ਹੀ ਪੜ੍ਹੋ, ਪਰ ਹਾਂ ਮੈਂ ਲੈ ਕੇ ਆਇਆ ਕਿਉਂਕਿ ਮੇਰਾ ਪ੍ਰੋਫੈਸ਼ਨ ਨਹੀਂ ਹੈਗਾ, ਮੈਂ ਫਿਰ ਵੀ ਇੱਕ ਇਸ ਸ਼ੌਂਕ ਨਾਲ ਜੁੜਿਆ ਰਿਹਾ। ਹੁਣ ਮੈਨੂੰ ਇੱਕ ਜ਼ਿੰਮੇਵਾਰੀ ਫੀਲ ਹੁੰਦੀ ਹੈ ਕਿ ਨਹੀਂ ਯਾਰ, ਮੇਰੇ ਜੇ ਮੈਂ ਕਿਤਾਬ ਲਿਖਣਾ, ਜੇ ਕੁਝ 4 ਬੰਦੇ ਪੜ੍ਹਨਗੇ ਤਾਂ ਮੇਰਾ ਇੱਕ ਯੋਗਦਾਨ ਵੀ ਹੋਏਗਾ। ਸੋ ਪੰਜਾਬੀ ਪੜ੍ਹੋ। ਜੇ ਕੋਈ ਐਕਸਪ੍ਰੈਸ ਕਰ ਸਕਦਾ, ਲਿਖ ਕੇ ਕਰ ਸਕਦਾ ਹੈ, ਚਾਹੇ ਉਹ ਆਰਟ ਵਰਕ ਨਾਲ ਕੋਈ ਤਸਵੀਰ ਬਣਾ ਕੇ ਕਰ ਸਕਦਾ, ਉਹਨੂੰ ਕਰਨਾ ਚਾਹੀਦਾ ਆ। ਅਸੀਂ ਰੋਟੀ ਦੇ ਚੱਕਰ 'ਚ ਇੰਨੇ ਗੇੜ 'ਚ ਫਸ ਚੁੱਕੇ ਹਾਂ ਕਿ ਅਸੀਂ ਸਾਰਾ ਦਿਨ ਉਸ 'ਚ ਫਸੇ ਰਹਿੰਦੇ ਹਾਂ। ਆਰਟ ਜਿਹੜਾ ਆ ਉਹ ਤੁਹਾਨੂੰ ਇੱਕ ਜਿਹੜੀ ਰੂਹ ਦੀ ਖੁਰਾਕ ਹੈ। ਜੇ ਤੁਸੀਂ ਰੂਹ ਦੀ ਖੁਰਾਕ ਨਹੀਂ ਲਓਗੇ ਤਾਂ ਤੁਸੀਂ ਇੱਕ ਮਸ਼ੀਨ ਹੈ। ਸੋ ਮਸ਼ੀਨ ਦੇ ਵਾਂਗੂ ਕੰਮ ਅਸੀਂ ਕਰਦੇ ਹਾਂ। ਸੋ ਮੇਰਾ ਇਹੀ ਮੈਸੇਜ ਹੈ ਜੀ। ਮੈਸੇਜ ਦੇਣ ਜੋਗੇ ਤਾਂ ਅਸੀਂ ਨਹੀਂ, ਬਟ ਹਾਂ ਮੈਂ ਆਪਣੇ ਭਰਾਵਾਂ ਨੂੰ, ਭੈਣਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਸ਼ਬਦ ਨਾਲ ਜੁੜੋ, ਅੱਛੀਆਂ ਕਿਤਾਬਾਂ ਪੜ੍ਹੋ, ਅੱਛੇ ਗੀਤ ਸੁਣੋ। ਸ਼ੁਕਰੀਆ। ਇਸ ਤਰ੍ਹਾਂ ਦੇ ਖੂਬਸੂਰਤ ਲੋਕਾਂ ਨਾਲ ਮਿਲਾਉਂਦੇ ਰਵਾਂਗੇ, ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਉਂਦੇ ਰਵਾਂਗੇ। ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।